देखो जी, सब तो वड्डा सवाल ये है कि 328 ਸਰੂਪ गए कित्थे। मैं सोचदा कि ਜਿਹੜੇ ਕਰਮਚਾਰੀ ਨੇ ਕੁਝ ਮੁਅੱਤਲ ਕਰਤੇ ਗਏ, ਕੁਝ ਸਸਪੈਂਡ ਕਰਤੇ ਗਏ, ਕੁਝ ਜਿਹੜੇ ਸੀਗੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੀ ਰਿਟਾਇਰਮੈਂਟ ਦੇ ਬਿਲਕੁਲ ਲਾਗੇ ਸੀਗੇ, ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟਸ ਰੋਕ ਲਏ ਗਏ। ਇਹ ਹੈਗੇ ਨੇ ਡਿਪਾਰਟਮੈਂਟਲ ਐਕਸ਼ਨਸ। ਮੁੱਖ ਸਕੱਤਰ ਨੂੰ ਸ਼ਾਮਿਲ ਕਰ ਰਹੇ ਹੋ ਕਿ ਉਹ ਦੋਸ਼ੀ ਹੈ, ਕਿ ਉਹਦੇ ਖਿਲਾਫ ਕਾਰਵਾਈ ਹੋਏਗੀ, ਤੇ ਉਸ ਵੇਲੇ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ? ਇਸ ਵੇਲੇ ਇਹ ਅੱਗ ਲੱਗਦੀ ਹੈ, ਤੇ ਜਿਸ ਵੇਲੇ ਜਿਹਨਾਂ ਸਾਲਾਂ ਦੇ ਵਿੱਚ ਇਹ ਡਿਸਕ੍ਰਿਪੈਂਸੀਜ਼ ਹੋਈਆਂ ਨੇ, ਤਾਂ ਉਹਨਾਂ ਸਾਲਾਂ ਦੇ ਵਿੱਚ ਜਿਹੜੇ ਪ੍ਰਧਾਨ ਸੀਗੇ ਤੇ ਇੰਟਰਮ ਕਮੇਟੀ ਮੈਂਬਰ ਸੀਗੇ, ਕੀ ਉਹ ਦੋਸ਼ੀ ਨਹੀਂ? ਜਿਹੜੇ ਪਿੱਛੇ ਸਿਆਸਤਦਾਨ ਬੈਠੇ ਨੇ, ਉਹ ਜਿਹਨਾਂ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੈ, ਜਿਹਨਾਂ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ ਹੈ, ਕਿ ਉਹ ਸਿਆਸਤਦਾਨ ਜਿਹੜੇ ਨੇ ਉਹ ਇਸ ਜਾਂਚ ਕਮੇਟੀ ਦੇ ਘੇਰੇ ਵਿੱਚ ਆਏ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗਾਇਬ ਹੋਏ ਸਨ। ਪਰ ਉਸ ਤੋਂ ਬਾਅਦ ਜਿਹੜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਾਂਚ ਕਮੇਟੀ 3 ਮੈਂਬਰੀ ਬਣਾਈ ਸੀਗੀ, ਉਸ ਦੇ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੀ ਸੀਗੀ ਔਰ 328 ਸਰੂਪ ਗੁੰਮ ਹੋਣ ਦੀ ਗੱਲ ਉਸ ਕਮੇਟੀ ਨੇ ਕੀਤੀ ਸੀਗੀ। ਉਸ ਦੇ ਵਿੱਚ ਕਿਉਂਕਿ 267 ਦੀ ਗੱਲ ਕੀਤੀ ਜਾ ਰਹੀ ਸੀਗੀ, ਮਗਰ ਕਮੇਟੀ ਦੀ ਰਿਪੋਰਟ ਦੇ ਵਿੱਚ 328 ਸਰੂਪ ਗਾਇਬ ਹੋਏ ਸਨ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਹਦਾਇਤ ਦਿੱਤੀ ਸੀਗੀ ਕਿ ਜਲਦ ਹੀ ਇੱਕ ਅੰਤਰਿੰਗ ਕਮੇਟੀ ਦੀ ਬੈਠਕ ਬੁਲਾਈ ਜਾਏ ਔਰ ਉਸ ਮੀਟਿੰਗ ਦੇ ਵਿੱਚ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੰਗਾਮੀ ਮੀਟਿੰਗ ਆਪਣੀ ਐਗਜ਼ੈਕਟਿਵ ਦੀ ਬੁਲਾਈ ਸੀਗੀ ਔਰ ਉਸ ਹੰਗਾਮੀ ਮੀਟਿੰਗ ਦੇ ਵਿੱਚ ਆਪਣੇ ਚੀਫ ਸਕੱਤਰ ਦਾ ਅਸਤੀਫਾ ਜਿਹੜਾ ਸੀ ਉਹ ਪ੍ਰਵਾਨ ਕਰ ਲਿਆ ਗਿਆ ਸੀਗਾ ਔਰ ਹੋਰ ਅਧਿਕਾਰੀਆਂ ਔਰ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਔਰ ਮੁਅੱਤਲ ਕਰ ਦਿੱਤਾ ਗਿਆ ਸੀਗਾ। ਇਹ ਸਾਰੇ ਘਟਨਾਕ੍ਰਮ ਦੇ ਬਾਅਦ ਜਿਹੜੇ ਜਥੇਦਾਰ ਹਵਾਰਾ ਦੀ ਕਮੇਟੀ ਹੈ ਸਰਬੱਤ ਖਾਲਸਾ ਦੌਰਾਨ ਥਾਪੀ ਗਈ ਸੀਗੀ, ਉਹਦਾ ਕੀ ਵਿਊ ਹੈ, ਉਹ ਕਿਸ ਤਰ੍ਹਾਂ ਦੇਖਦੀ ਹੈ? ਮੇਰੇ ਨਾਲ ਇਸ ਵੇਲੇ ਬੈਠੇ ਹੋਏ ਨੇ ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਗੱਲ ਕਰਨੇ ਉਹਨਾਂ ਨਾਲ। ਸਰ, ਪਾਵਨ ਸਰੂਪ ਗਾਇਬ ਹੋਏ ਸਨ 267, ਪਰ ਜਦੋਂ ਤਿੰਨ ਮੈਂਬਰੀ ਕਮੇਟੀ ਥਾਪੀ ਸੀ ਜਥੇਦਾਰ ਸਾਹਿਬ ਨੇ, ਉਸ ਨੇ ਆਪਣੀ ਪੜਤਾਲੀਆ ਰਿਪੋਰਟ ਦੇ ਵਿੱਚ 328 ਸਰੂਪਾਂ ਦੀ ਗੱਲ ਕਹੀ ਸੀ, ਹੋਰ ਵੀ ਕਈ ਸਰੂਪਾਂ ਬਾਰੇ ਕਹੀ ਸੀ। ਆਪਣੀ 1000 ਪੰਨਿਆਂ ਦੀ ਜਿਹੜੀ ਰਿਪੋਰਟ ਸੀਗੀ ਉਹ ਜਥੇਦਾਰ ਸਾਹਿਬ ਨੂੰ ਦਿੱਤੀ ਸੀਗੀ। ਜਥੇਦਾਰ ਨੇ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਨੇ ਆਪਣਾ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ, ਸ਼੍ਰੋਮਣੀ ਕਮੇਟੀ ਨੇ ਆਪਣੇ ਅਧਿਕਾਰੀ ਕਰਮਚਾਰੀ ਸਸਪੈਂਡ ਕਰ ਦਿੱਤੇ ਸੀਗੇ ਔਰ ਕਈ ਆਪਣਾ ਚੀਫ ਸੈਕਟਰੀ ਜਾਂ ਡਾਕਟਰ ਰੂਪ ਸਿੰਘ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਸੀਗਾ। ਕਿਆ ਤੁਹਾਨੂੰ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਕੀ ਲੱਗਦਾ ਹੈ, ਕਿਆ ਸ਼੍ਰੋਮਣੀ ਕਮੇਟੀ ਕਿਤੇ ਸੀਰੀਅਸਲੀ ਹੈ ਇਸ ਮਾਮਲੇ 'ਚ? ਦੇਖੋ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਕੋਈ ਸਮਾਂ ਸੀਗਾ ਜਿਸ ਵੇਲੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪ੍ਰਿੰਟਿੰਗ ਸੀਗੀ, ਪ੍ਰਕਾਸ਼ਨ ਸੀਗਾ, ਇਹ ਪ੍ਰਿੰਟਿੰਗ ਬਾਹਰ ਕੁਝ ਦੁਕਾਨਦਾਰ ਵਗੈਰਾ ਵੀ ਕਰਦੇ ਸੀਗੇ। ਮਤਲਬ ਇਹ ਸੈਂਟਰਲਾਈਜ਼ਡ ਸਿਸਟਮ ਕੋਈ ਨਹੀਂ ਸੀਗਾ ਔਰ ਉਹ ਸਾਰਾ ਕੁਝ ਜਿਹੜਾ ਸੀਗਾ ਕਿ ਪ੍ਰਾਈਵੇਟਾਈਜੇਸ਼ਨ ਵੀ ਸੀਗਾ, ਉਹਦਾ ਪ੍ਰਿੰਟਿੰਗ ਹੋ ਰਹੀ ਸੀਗੀ, ਜਿਹਦਾ ਕਿ ਔਨ ਰਿਕਾਰਡ ਕੁਝ ਵੀ ਨਹੀਂ ਹੁੰਦਾ ਸੀਗਾ ਕਿ ਕੌਣ ਕਿੰਨੇ ਸਰੂਪ ਪ੍ਰਿੰਟ ਕਰ ਰਿਹਾ। ਸੋ ਇਸ ਨੂੰ ਇੱਕ ਸਿਸਟਮ ਦੇ ਵਿੱਚ, ਡਿਸਿਪਲਿਨ ਦੇ ਵਿੱਚ, ਅਨੁਸ਼ਾਸਨ ਦੇ ਵਿੱਚ ਲਿਆਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਕੀਤਾ, ਬੜਾ ਅਹਿਮ ਫੈਸਲਾ, ਜਿਹੜਾ ਕਿ ਪੰਥ ਨੇ ਬਹੁਤ ਸਲਾਹਿਆ ਕਿ ਕਿਸੇ ਨੂੰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ ਕਰਨ ਦਾ, ਪਬਲੀਕੇਸ਼ਨ ਕਰਨ ਦਾ ਅਤੇ ਅਗਾਂਹ ਸੰਗਤਾਂ ਵਿੱਚ ਵੰਡਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੋਏਗਾ। ਇਹ ਅਧਿਕਾਰ ਖੋਲ੍ਹੇ ਗਏ ਔਰ ਪੰਥ ਦੇ ਵਿੱਚ ਇਸ ਗੱਲ ਦੀ ਬੜੀ ਸੰਤੁਸ਼ਟੀ ਹੋਈ ਕਿ ਇੱਕ ਸਟੈਚੂਟਰੀ ਬਾਡੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਬਲੀਕੇਸ਼ਨਸ ਕਰੇਗੀ। ਉਹਦੇ ਨਾਲ ਕੀ ਹੋਏਗਾ ਕਿ ਇੱਕ ਸਟੈਂਡਰਡਾਈਜ਼ ਸਿਸਟਮ ਬਣ ਜਾਏਗਾ ਔਰ ਉਹ ਸਟੈਂਡਰਡਾਈਜ਼ ਸਿਸਟਮ ਦੇ ਵਿੱਚ ਗਲਤੀਆਂ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ। ਅਤੇ ਨਾਲ ਇੱਕ ਗੱਲ ਹੋਰ ਹੋ ਗਈ ਕਿ ਬਈ ਇਹਨਾਂ ਦਾ ਪ੍ਰੋਪਰ ਰਿਕਾਰਡ ਰੱਖਿਆ ਜਾਏਗਾ। ਕੌਮ ਨੂੰ ਇੱਕ ਸੰਤੁਸ਼ਟੀ ਹੋ ਗਈ। ਹੋਰ ਇਤਨੀ ਵੱਡੀ ਜ਼ਿੰਮੇਵਾਰੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਤਿਕਾਰ ਵਜੋਂ ਦੇਖਿਆ ਜਾਏ ਨਾ, ਤੇ ਸਿੱਖ ਕੌਮ ਵਾਸਤੇ ਵੀ ਅਤੇ ਮਨੁੱਖਤਾ ਵਾਸਤੇ ਵੀ। ਮੈਂ ਮਨੁੱਖਤਾ ਦੀ ਗੱਲ ਕਿਉਂ ਕਰ ਰਿਹਾ? ਕਿਉਂਕਿ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ। ਠੀਕ ਹੈ, ਇੱਕ ਸਿਖਰ ਦੀ ਗੱਲ ਹੈਗੀ ਹੈ ਇਹਨਾਂ ਦੀ ਪ੍ਰਿੰਟਿੰਗ ਕਰਨੀ ਅਤੇ ਇਹਨਾਂ ਦਾ ਪ੍ਰਬੰਧ ਕਰਨਾ। ਸਿਖਰ ਹੈ,
ਇਸ ਤੋਂ ਗਾਂਹ ਕੁਛ ਵੀ ਨਹੀਂ ਹੈਗਾ। ਬਾਕੀ ਕਿਧਰੇ ਲੰਗਰ ਦੇ ਪ੍ਰਬੰਧ ਦੇ ਵਿੱਚ ਕੋਈ ਉਂਗਤਾਈਆਂ ਹੋ ਸਕਦੀਆਂ ਨੇ, ਬਿਲਡਿੰਗ ਬਣਾਉਣ ਦੇ ਵਿੱਚ ਕੋਈ ਉਂਗਤਾਈਆਂ ਹੋ ਸਕਦੀਆਂ ਨੇ, ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ, ਇਹਨਾਂ ਦਾ ਡਿਸਟ੍ਰੀਬਿਊਸ਼ਨ, ਇਹਨਾਂ ਦਾ ਪ੍ਰਬੰਧ ਕਰਨਾ, ਇਹ ਸਿਖਰ ਦੀ ਗੱਲ ਹੈ। ਇਸ ਤੋਂ ਅੱਗੇ ਕੁਛ ਵੀ ਨਹੀਂ ਹੈਗਾ ਸਿੱਖ ਕੌਮ ਵਾਸਤੇ। ਹੋਰ ਉਨੀ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਮ ਨੇ ਸੌਂਪ ਦਿੱਤੀ। ਹੋਰ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਸਿਸਟਮ ਦੇ ਵਿੱਚ ਹੁਣ ਸੰਗਤਾਂ ਨੂੰ ਪਤਾ ਲੱਗ ਰਿਹਾ ਹੈ ਕਿ ਬਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੇ ਸਿਸਟਮ ਨੂੰ ਪ੍ਰੋਪਰਲੀ ਪ੍ਰਬੰਧ ਕਰਨ ਦੇ ਵਿੱਚ ਫੇਲ ਹੋ ਗਈ ਹੈ ਜੀ। ਇਹ ਗੱਲ ਹੁਣ ਰਾਈਟਿੰਗ ਔਨ ਦਾ ਵਾਲ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਸ਼੍ਰੋਮਣੀ ਕਮੇਟੀ ਟੋਟਲੀ ਫੇਲਿਅਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਿੰਟਿੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਡਿਸਟ੍ਰੀਬਿਊਸ਼ਨ ਕਿੱਥੇ ਕਿੱਥੇ ਪਹੁੰਚਾਉਣਾ ਹੁੰਦਾ ਹੈ। ਹੁਣ ਮੈਂ ਇੱਥੇ ਤੁਹਾਡੇ ਸਰੋਤਿਆਂ ਦੇ ਨਾਲ ਇੱਕ ਗੱਲ ਸਾਂਝੀ ਕਰ ਲਵਾਂ ਕਿ ਜੇਕਰ ਕਿਸੇ ਵਿਅਕਤੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਾਹੀਦਾ ਨਾ, ਤਾਂ ਉਹ ਐਦਾਂ ਨਹੀਂ ਹੈਗਾ ਕਿ ਜਾ ਕਰਕੇ ਉੱਥੇ ਆਪਣੀ ਜੇਬ 'ਚੋਂ ਭੇਟਾ ਦੇਗਾ ਕਿ ਜੀ ਇੰਨੀ ਭੇਟਾ ਹੈਗੀ ਹੈ, ਲੈ ਲਓ, ਰਸੀਦ ਮਿਲ ਗਈ ਅਤੇ ਆਪਣੀ ਕਾਰ ਵਿੱਚ ਰੱਖ ਕੇ ਲੈ ਆਓ। ਐਦਾਂ ਨਹੀਂ ਹੈਗਾ ਸਿਸਟਮ। ਬਾਕਾਇਦਾ ਕੀ ਹੈਗਾ ਕਿ ਉਹਦੇ ਵਾਸਤੇ ਤੁਹਾਨੂੰ ਆਪਣੇ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਕੋਲੋਂ ਸਿਫਾਰਿਸ਼ ਲੈਣੀ ਪਏਗੀ, ਪ੍ਰਵਾਨਗੀ ਲੈਣੀ ਪਏਗੀ, 5 ਬੰਦੇ ਲੈ ਕੇ ਆਉਣੇ ਪੈਣਗੇ, ਪ੍ਰੋਪਰ ਸਿਸਟਮ ਹੈਗਾ ਹੈ। ਤੁਹਾਨੂੰ ਪਾਲਕੀ ਸਾਹਿਬ ਲੈ ਕੇ ਆਉਣੀ ਪਏਗੀ, ਪੀੜਾ ਸਾਹਿਬ ਲੈ ਕੇ ਆਉਣਾ ਪਏਗਾ। ਹੋਰ ਉਹ ਤੁਸੀਂ ਪੂਰੀ ਇੱਕ ਮਰਿਆਦਾ ਦੇ ਵਿੱਚ, ਇੱਕ ਡਿਸਪਲਿਨ ਦੇ ਵਿੱਚ ਉਹ ਲੈ ਕੇ ਜਾਓਗੇ ਅਤੇ ਬਾਕਾਇਦਾ ਉਹਦੀ ਐਂਟਰੀ ਹੋਏਗੀ। ਪ੍ਰੋਫੈਸਰ ਸਾਹਿਬ, ਡਾਕਟਰ ਈਸ਼ਰ ਸਿੰਘ ਨੇ ਆਪਣੀ ਰਿਪੋਰਟ ਦੇ ਦਿੱਤੀ, 1000 ਪੰਨੇ ਦੀ ਰਿਪੋਰਟ ਉਹਨਾਂ ਨੇ ਪੇਸ਼ ਕੀਤੀ। ਉਸ ਦੇ ਵਿੱਚ ਇਹ ਕਿਹਾ ਗਿਆ ਕਿ 267 ਨਹੀਂ 328 ਸਰੂਪ ਗੁੰਮ ਹੋਏ ਨੇ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇੱਕ ਆਦੇਸ਼ ਦਿੱਤਾ ਕਿ ਆਪਣੀ ਮੀਟਿੰਗ, ਅੰਤਰਿਮ ਕਮੇਟੀ ਦੀ ਮੀਟਿੰਗ ਬੁਲਾ ਕੇ ਜਲਦ ਹੀ 1 ਹਫ਼ਤੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੋਸ਼ੀਆਂ ਲਈ ਪ੍ਰਵਾਨਗੀ ਦੇ ਦਿੱਤੀ। ਕਈਆਂ ਨੂੰ ਸਸਪੈਂਡ ਕਰਤਾ, ਕਈਆਂ ਦੇ ਅਸਤੀਫੇ ਪ੍ਰਵਾਨ ਕਰ ਲਏ, ਕਈਆਂ ਨੂੰ ਮੁਅੱਤਲ ਕਰਤਾ, ਕਈਆਂ ਦੇ ਜਿਹੜੇ ਪੱਤੇ ਸੀਗੇ ਉਹ ਰਿਟਾਇਰ ਹੋ ਚੁੱਕੇ ਸੀ, ਉਹਨਾਂ ਨੂੰ ਨਹੀਂ ਦਿੱਤੇ ਗਏ। ਮੇਰਾ ਇਹ ਸਵਾਲ ਹੈ, ਸੰਗਤ ਵੀ ਇਹ ਜਾਣਨਾ ਚਾਹੁੰਦੀ ਹੈ, ਜਥੇਦਾਰ ਹਵਾਰਾ ਕਮੇਟੀ ਕਿਆ ਇਸ ਫੈਸਲੇ ਦੇ ਉੱਤੇ ਸੰਤੁਸ਼ਟ ਹੈ? ਦੇਖੋ ਜੀ, ਸਭ ਤੋਂ ਵੱਡਾ ਸਵਾਲ ਇਹ ਹੈ ਕਿ 328 ਸਰੂਪ ਗਏ ਕਿੱਥੇ ਜੀ? ਉਹਨਾਂ ਦੀ ਡਿਸਟ੍ਰੀਬਿਊਸ਼ਨ ਕਿਸ ਵਿਅਕਤੀ ਨੂੰ ਕੀਤੀ ਗਈ ਹੈ? ਕਿਹਦੇ ਅਥਾਰਟੀ ਨਾਲ ਇਹ ਸਰੂਪ ਕਿਸ ਵਿਅਕਤੀ ਨੂੰ ਕਦੋਂ ਕਿੰਨੇ ਸਰੂਪ ਵੰਡੇ ਗਏ, ਦਿੱਤੇ ਗਏ? ਇਹਦੇ ਬਾਰੇ ਕੌਮ ਨੂੰ ਕੁਝ ਨਹੀਂ ਦੱਸਿਆ ਗਿਆ। ਜਿੱਥੇ ਤੱਕ ਮੁਲਾਜ਼ਮਾਂ ਦਾ ਸਵਾਲ ਹੈ, ਮੈਂ ਸੋਚਦਾ ਕਿ ਜਿਹੜੇ ਕਰਮਚਾਰੀ ਨੇ, ਕੁਝ ਮੁਅੱਤਲ ਕਰਤੇ ਗਏ, ਕੁਝ ਸਸਪੈਂਡ ਕਰਤੇ ਗਏ, ਕੁਝ ਜਿਹੜੇ ਸੀਗੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵੀ ਰਿਟਾਇਰਮੈਂਟ ਦੇ ਬਿਲਕੁਲ ਲਾਗੇ ਸੀਗੇ, ਉਹਨਾਂ ਦੇ ਰਿਟਾਇਰਮੈਂਟ ਬੈਨੀਫਿਟਸ ਰੋਕ ਲਏ ਗਏ। ਇਹ ਹੈਗੇ ਨੇ ਡਿਪਾਰਟਮੈਂਟਲ ਐਕਸ਼ਨਸ ਹੈਗੇ ਨੇ। ਹੋਰ ਇਹ ਡਿਪਾਰਟਮੈਂਟਲ ਐਕਸ਼ਨਸ ਜਿਹੜੇ ਨੇ, ਇਹ ਸਾਰਾ ਕੁਝ ਅਧੂਰਾ ਹੋਇਆ ਹੈ, ਇਹ ਕੰਪਲੀਟ ਨਹੀਂ ਹੈ। ਉਹਦਾ ਕਾਰਨ ਕੀ ਹੈਗਾ ਹੈ ਕਿ ਇਸ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਉਸ ਵੇਲੇ ਦੇ, ਜੇ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਨੂੰ ਸ਼ਾਮਿਲ ਕਰ ਰਹੇ ਹੋ ਕਿ ਉਹ ਦੋਸ਼ੀ ਹੈ, ਕਿ ਉਹਦੇ ਖਿਲਾਫ ਕਾਰਵਾਈ ਹੋਏਗੀ, ਤੇ ਉਸ ਵੇਲੇ ਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ? ਉਸ ਵੇਲੇ ਦੀ ਅੰਤਰਿਮ ਕਮੇਟੀ ਜਿਹੜੀ ਸੀਗੀ ਉਹ ਰਿਸਪੌਂਸੀਬਲ ਨਹੀਂ? ਜਿਹੜੀ ਮੌਜੂਦਾ ਪ੍ਰਧਾਨ ਹੈ ਤੇ ਮੌਜੂਦਾ ਅੰਤਰਿਮ ਕਮੇਟੀ ਹੈ, ਇਹ ਦੋਸ਼ੀ ਨਹੀਂ? 2016 ਦੇ ਵਿੱਚ ਜਿਸ ਵੇਲੇ ਇਹ ਅੱਗ ਲੱਗਦੀ ਹੈ ਤੇ ਜਿਸ ਵੇਲੇ ਜਿਹਨਾਂ ਸਾਲਾਂ ਦੇ ਵਿੱਚ ਇਹ ਡਿਸਕ੍ਰਿਪੈਂਸੀਜ਼ ਹੋਈਆਂ ਨੇ, ਤਾਂ ਉਹਨਾਂ ਸਾਲਾਂ ਦੇ ਵਿੱਚ ਜਿਹੜੇ ਪ੍ਰਧਾਨ ਸੀਗੇ ਤੇ ਇੰਟਰਿਮ ਕਮੇਟੀ ਮੈਂਬਰ ਸੀਗੇ, ਕੀ ਉਹ ਦੋਸ਼ੀ ਨਹੀਂ? ਜਿਹੜੇ ਪਿੱਛੇ ਸਿਆਸਤਦਾਨ ਬੈਠੇ ਨੇ, ਉਹ ਜਿਨ੍ਹਾਂ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦਾ ਹੈ, ਜਿਨ੍ਹਾਂ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ ਹੈ, ਕਿ ਉਹ ਸਿਆਸਤਦਾਨ ਜਿਹੜੇ ਨੇ ਉਹ ਇਸ ਜਾਂਚ ਕਮੇਟੀ ਦੇ ਘੇਰੇ ਵਿੱਚ ਆਏ? ਸਵਾਲ ਹੈ ਨਹੀਂ। ਜਵਾਬ ਹੈਗਾ ਨਹੀਂ। ਕਿਉਂ? ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਹੋਇਆ ਕਿ ਜਿਹੜੇ ਇੰਪਲੋਇਜ਼ ਨੇ ਉਹਨਾਂ ਉੱਤੇ ਤੱਕ ਐਕਸ਼ਨ ਲੈ ਲਿਆ ਗਿਆ ਤੇ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਨੂੰ ਛੱਡਤਾ ਗਿਆ। ਸੋ ਇਹ ਜਾਂਚ ਆਪਣੇ ਆਪ ਦੇ ਵਿੱਚ ਇੱਕ ਅਧੂਰੀ ਜਾਂਚ ਹੈ, ਮੁਕੰਮਲ ਜਾਂਚ ਨਹੀਂ ਹੈਗੀ। ਕੌਮ ਅੱਜ ਸਵਾਲ ਕਰਦੀ ਹੈ ਇਹਨਾਂ ਨੂੰ ਕਿ ਬਈ 328 ਸਰੂਪ ਹੈ ਕਿੱਥੇ? ਉਹਨਾਂ ਦਾ ਲੇਖਾ ਜੋਖਾ ਕੀ ਹੈ? ਕਿੱਥੇ ਗਏ? ਕਿਹਨੂੰ ਦਿੱਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ, ਉਹਨਾਂ ਦੀ ਜ਼ਮੀਰ ਜਿਹੜੀ ਹੈ ਉਹ ਬਿਲਕੁਲ ਮਰ ਚੁੱਕੀ ਹੈ
ਕਿਉਂਕਿ ਉਹ ਇੱਕ ਪਰਿਵਾਰ ਦੇ ਗੁਲਾਮ ਬਣ ਚੁੱਕੇ ਨੇ ਇਸ ਵੇਲੇ। ਸਾਲ ਦੇ ਵਿੱਚ ਸਿਰਫ 2 ਵਾਰੀ ਇਜਲਾਸ ਹੁੰਦਾ ਹੈ, ਇੱਕ ਬਜਟ ਇਜਲਾਸ ਹੁੰਦਾ ਹੈ ਹਾਂਜੀ ਮਾਰਚ ਦੇ ਵਿੱਚ, ਫਰਵਰੀ ਦੇ ਵਿੱਚ, ਤੇ ਇੱਕ ਜਿਸਲੇ ਪ੍ਰਧਾਨ ਦੀ ਇਲੈਕਸ਼ਨ ਹੁੰਦੀ ਹੈ। ਉਹਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਹਨਾਂ ਨੇ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਤੁਸੀਂ ਗੋਲਕਾਂ ਸਾਂਭੋ, ਜੋ ਮਰਜ਼ੀ ਕਰੋ, ਜਿਹੜਾ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਬਿਲਕੁਲ ਨਹੀਂ ਬੋਲਣਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਸਮੁੱਚੇ ਰੂਪ ਦੇ ਵਿੱਚ ਇਸ ਮਾਮਲੇ ਵਿੱਚ ਦੋਸ਼ੀ ਨੇ, ਸਾਇਲੈਂਟ ਨੇ। ਹੁਣ ਮੈਂ ਇੱਥੇ ਤੱਕ ਵੀ ਇਹ ਗੱਲ ਕਹਿਣ ਵਿੱਚ ਬੇਬਾਕ ਹੋ ਕਰਕੇ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਜਿਹੜੇ ਬਾਕੀ ਤਖਤਾਂ ਤੋਂ ਜਥੇਦਾਰ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੇ ਗ੍ਰੰਥੀ ਸਿੰਘ ਬੈਠੇ ਨੇ, ਕਿ ਇਹਨਾਂ ਨੂੰ ਤਾਂ ਕੋਈ ਮੋਰਲ ਡਿਊਟੀ ਨਹੀਂ ਬਣਦੀ, ਇਹਨਾਂ ਦੀ ਕੋਈ ਧਾਰਮਿਕ ਡਿਊਟੀ ਨਹੀਂ ਬਣਦੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਉੱਤੇ ਵੀ ਨਹੀਂ ਬੋਲ ਰਹੇ? ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਡੀ ਉਹਨਾਂ ਦੀ ਲਾਇਲਟੀ ਜਿਹੜੀ ਹੈ ਉਹ ਗੁਰੂ ਦੇ ਪ੍ਰਤੀ ਘੱਟ ਹੈਗੀ ਹੈ ਤੇ ਬਾਦਲਾਂ ਦੇ ਪ੍ਰਤੀ ਜ਼ਿਆਦਾ ਹੈਗੀ ਹੈ। ਉਹ ਨਹੀਂ ਬੋਲ ਸਕਦੇ, ਇਹ ਸਭ ਗੁੰਗੇ ਹੋਏ ਬੈਠੇ ਨੇ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਦੇ ਉੱਤੇ ਬਾਕੀ ਪੰਥ ਸਾਰਾ ਬੋਲ ਰਿਹਾ ਕਿ 328 ਸਰੂਪ ਕਿੱਥੇ ਨੇ। ਸੋ ਪੰਥ ਨੂੰ ਇਨਸਾਫ ਨਹੀਂ ਮਿਲਿਆ। ਇਹ ਜਾਂਚ ਰਿਪੋਰਟ ਤੋਂ ਪੰਥ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿ 328 ਸਰੂਪ ਕਿੱਥੇ ਗਏ ਨੇ। ਬੇਸ਼ੱਕ ਕਰਮਚਾਰੀਆਂ ਦੇ ਖਿਲਾਫ ਐਕਸ਼ਨ ਹੋ ਗਿਆ ਹੁਣ, ਲੇਕਿਨ ਮੈਂ ਗੱਲ ਦੱਸ ਦਿਆਂ ਕਿ ਜਿੱਥੇ ਤੱਕ ਇੰਪਲੋਈ ਰਿਲੇਸ਼ਨਸ਼ਿਪ ਸਵਾਲ ਹੈ, ਜਿਹਨਾਂ ਲੋਕਾਂ ਨੂੰ ਨੌਕਰੀ ਚੋਂ ਡਿਸਮਿਸ ਕਰਤਾ ਗਿਆ ਹੈ, ਜਿਹਨਾਂ ਦੇ ਖਿਲਾਫ ਡਿਪਾਰਟਮੈਂਟਲ ਜਿਹੜੀਆਂ ਨੇ ਕਾਰਵਾਈ ਕੀਤੀ ਜਾਏਗੀ, ਜਿਸ ਲਈ ਬੰਦੇ ਕੋਰਟ ਵੀ ਜਾਣਗੇ ਨਾ, ਤੇ ਉਹਨਾਂ ਨੇ ਕੋਰਟ ਵਿੱਚ ਜਾ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੇ ਇੰਟਰਮ ਕਮੇਟੀ ਨੂੰ ਵੀ, ਅੰਤਰਿਮ ਕਮੇਟੀ ਨੂੰ ਵੀ, ਤੇ ਜਥੇਦਾਰ ਅਕਾਲ ਤਖਤ ਨੂੰ ਉਹਨਾਂ ਨੇ ਪਾਰਟੀ ਬਣਾਉਣਾ ਹੈ। ਤੇ ਪ੍ਰੋਫੈਸਰ ਸਾਹਿਬ ਇਹ ਤੁਹਾਡੀ ਗੱਲ ਠੀਕ ਹੈ, ਜਦੋਂ ਕੋਰਟ 'ਚ ਜਾਣਗੇ ਉਦੋਂ ਪਾਰਟੀ ਬਾਜੀ ਹੋਏਗੀ, ਪਰ ਸਵਾਲ ਫਿਰ ਉਹੀ ਖੜਾ ਹੋ ਜਾਂਦਾ ਹੈ ਜਿਹੜਾ ਕੋਈ ਕੌਮ, ਸਾਰੀ ਕੌਮ, ਸਮੂਹ ਕੌਮ ਹੈ ਜਾਣਨਾ ਚਾਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਜਿਹੜੇ ਸਰੂਪ ਕਿੱਥੇ ਨੇ, ਸਵਾਲ ਹੈ ਕਿੱਥੇ ਹੈ। ਹੁਣ ਇਹ ਫੈਸਲਾ ਹੋ ਗਿਆ ਸ਼੍ਰੋਮਣੀ ਕਮੇਟੀ ਦਾ, ਸ਼੍ਰੋਮਣੀ ਕਮੇਟੀ ਨੇ ਆਪਣੇ ਮੁਲਾਜ਼ਮ ਸਸਪੈਂਡ ਕਰ ਦਿੱਤੇ ਨੇ, ਜਿਹੜੇ ਦੋਸ਼ੀ ਕਰਮਚਾਰੀ ਸੀ ਉਹ ਸਸਪੈਂਡ ਕਰ ਦਿੱਤੇ ਨੇ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 3 ਮੈਂਬਰੀ ਜਾਂਚ ਕਮੇਟੀ ਲਈ ਬਣਾਈ ਗਈ ਸੀਗੀ। ਤੁਹਾਨੂੰ ਪਤਾ ਹੋਵੇਗਾ ਕਿ ਜਿਹੜੀ ਪਹਿਲੇ ਬਣਾਈ ਗਈ ਕਮੇਟੀ ਦੇ ਇੰਚਾਰਜ ਇੱਕ ਜੱਜ, ਰਿਟਾਇਰਡ ਜੱਜ ਸੀਗਾ, ਉਹਨਾਂ ਨੇ ਵੀ ਇਸ ਤੋਂ ਪੱਲਾ ਝਾੜ ਲਿਆ ਸੀਗਾ ਕਿ ਮੈਂ ਜਾਂਚ ਨਹੀਂ ਕਰ ਸਕਦੀ। ਉਸ ਤੋਂ ਬਾਅਦ ਈਸ਼ਵਰ ਸਿੰਘ ਨੂੰ ਪ੍ਰਮੁਖਤਾ ਦਿੱਤੀ ਗਈ, ਉਹਨਾਂ ਨੂੰ ਉਹ ਜਾਂਚ ਕਰਨਗੇ। 1000 ਪੰਨੇ ਦੀ ਆਪਣੀ ਰਿਪੋਰਟ ਈਸ਼ਵਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ। ਉਹ ਰਿਪੋਰਟ ਆਪਣੀ ਪੇਸ਼ ਕਰਦੇ ਨੇ, ਰਿਪੋਰਟ ਸੌਂਪਦੇ ਨੇ ਜਥੇਦਾਰ ਸਾਹਿਬ ਨੂੰ। ਉਸ ਤੋਂ ਬਾਅਦ 2 ਘੰਟਿਆਂ 'ਚ 3 ਘੰਟਿਆਂ ਦੇ ਵਿੱਚ ਜਥੇਦਾਰ ਫੈਸਲਾ ਲੈ ਲੈਂਦੇ ਨੇ ਕਿ ਇੰਨੇ ਸਰੂਪ ਗਾਇਬ ਹੋਏ ਨੇ, ਇੰਨੇ ਅੰਗਾਂ ਨਾਲ ਛੇੜਛਾੜ ਕਰਕੇ ਸਰੂਪ ਬਣਾਏ ਗਏ ਨੇ, ਕਿੱਥੇ ਗਏ ਨੇ, ਉਹ ਕਿੱਥੇ ਹੋ ਗਏ, ਕੌਣ ਦੋਸ਼ੀ ਹੈ, ਇਹ ਜਥੇਦਾਰ ਸਾਹਿਬ ਨੇ ਉਦੋਂ ਕਿਹਾ। ਕਿਆ ਹੁਣ ਜਥੇਦਾਰ ਹਵਾਰਾ ਕਮੇਟੀ ਕੀ ਸਵਾਲ ਨਹੀਂ ਕਰਦੀ ਹੈ ਕਿ ਜਥੇਦਾਰ ਸਾਹਿਬ ਨੇ ਸਸਪੈਂਡ ਤਾਂ ਕਰਤੇ ਪਰ ਇਹਦੀ ਮੰਗ ਨਹੀਂ ਕੀਤੀ ਜਾਂ ਇਹਦੇ ਬਾਰੇ ਘੋਖਣ ਦਾ ਵਿਚਾਰ ਕਰਨ ਦਾ ਫੈਸਲਾ ਨਹੀਂ ਲਿਆ ਕਿ ਉਹ ਸਵਰੂਪ, ਪਾਵਨ ਸਵਰੂਪ ਕਿੱਥੇ ਗਏ ਨੇ, ਕੌਣ ਲੈ ਕੇ ਗਿਆ ਸੀਗਾ, ਕਿਹਦੇ ਕੋਲ ਗਏ ਨੇ, ਕਿਹਦੇ ਰਾਹੀਂ ਗਏ ਨੇ? ਅਸੀਂ ਇਸ ਗੱਲ ਦੀ ਮੰਗ ਕਰ ਚੁੱਕੇ ਹਾਂ ਜਥੇਦਾਰ ਕੋਲੋਂ ਵੀ, ਤੇ ਅਸੀਂ ਇੱਕ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਦੋਸ਼ੀ ਸਮਝਦੇ ਹਾਂ। ਦਰਅਸਲ ਦੇ ਵਿੱਚ 328 ਸਰੂਪ ਦੇ ਬਾਰੇ ਇਹ ਜਾਂਚ ਕਮੇਟੀ ਦੀ ਰਿਪੋਰਟ ਜਿਹੜੀ ਹੈ ਬਿਲਕੁਲ ਸਾਇਲੈਂਟ ਹੈਗੀ ਹੈ। ਹੋਰ ਹੈਰਾਨਗੀ ਦੀ ਗੱਲ ਤਾਂ ਇਹ ਹੈਗੀ ਹੈ ਕਿ 1000 ਪੇਜਾਂ ਦੀ ਜਿਹੜੀ ਰਿਪੋਰਟ ਹੈ, ਉਹ ਜਿਹੜੀ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਵੀ ਉਹ ਡਿਸਕਸ ਨਹੀਂ ਹੋਈ। ਉਹ ਅੱਜ ਦੀ ਡੇਟ ਤੱਕ ਜਨਤਕ ਨਹੀਂ ਕੀਤੀ ਗਈ, ਜਦਕਿ ਅੱਜ ਦੇ ਸਮੇਂ ਦੇ ਦੌਰਾਨ PDF ਬੜਾ ਵਧੀਆ ਤਰੀਕਾ ਹੈਗਾ, ਵੈਬਸਾਈਟ ਬੜਾ ਵਧੀਆ ਤਰੀਕਾ ਹੈਗਾ ਕਿ ਸ਼੍ਰੋਮਣੀ ਕਮੇਟੀ ਆਪਣੀ ਵੈਬਸਾਈਟ 'ਤੇ ਪਾ ਦੇਵੇ, PDF ਬਣਾ ਕਰਕੇ ਲੋਕਾਂ ਦੀ ਜਾ ਸਕਦੀ ਹੈ। ਲੇਕਿਨ ਇਹਨਾਂ ਨੇ ਉਹ 1000 ਪੇਜਾਂ ਦੀ ਰਿਪੋਰਟ ਨੂੰ ਬਿਲਕੁਲ ਘੁੱਟ ਕੇ ਰੱਖਿਆ ਹੋਇਆ ਹੈ। ਹੋਰ ਇੱਕ ਗੱਲ ਬੜੀ ਕਲੀਅਰ ਕਰ ਦਈਏ ਕਿ ਅਸੀਂ 328 ਸਰੂਪਾਂ ਦਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ, ਕੌਮ ਨੂੰ ਇਨਸਾਫ ਨਹੀਂ ਮਿਲੇਗਾ। ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਇਸ ਮੁੱਦੇ ਨੂੰ ਬਕਾਇਦਾ ਸੰਗਤਾਂ ਦੇ ਵਿੱਚ ਲੈ ਕੇ ਜਾਵੇਗੀ। ਇਸ ਮੁੱਦੇ ਨੂੰ ਅਸੀਂ ਬਰਕਰਾਰ ਰੱਖਾਂਗੇ ਔਰ ਇਸ ਮੁੱਦੇ 'ਤੇ ਜਦ ਤੱਕ ਖਾਲਸਾ ਪੰਥ ਨੂੰ, ਸਿੱਖ ਸੰਗਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਜਦ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਹੈ ਸਿਆਸਤਦਾਨਾਂ ਦੇ ਖਿਲਾਫ ਇੱਕ ਐਕਸ਼ਨ ਨਹੀਂ ਹੁੰਦਾ, ਜਦ ਤੱਕ ਜਿਹੜੀ ਹੈ ਪ੍ਰਧਾਨ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ, ਜਦ ਤੱਕ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ 328 ਸਰੂਪ ਜਿਹੜੇ ਨੇ
ਕਿਸ ਕਿਸ ਦੇ ਵਿੱਚ ਵੰਡੇ ਗਏ ਨੇ, ਕਿਸ ਕਿਸ ਨੂੰ ਦਿੱਤੇ ਗਏ ਨੇ, ਕਿੱਥੇ ਕਿੱਥੇ ਇਹਨਾਂ ਦੀ ਡਿਸਟ੍ਰੀਬਿਊਸ਼ਨ ਹੋਈ ਹੈ, ਤਦ ਤੱਕ ਅਸੀਂ ਆਰਾਮ ਦੇ ਨਾਲ ਨਹੀਂ ਬੈਠਾਂਗੇ। ਇਹ ਚੀਜ਼ ਲਗਾਤਾਰ, ਇਹ ਮੁੱਦਾ ਜਿਹੜਾ ਹੈ ਇਹ ਭਖਦਾ ਰਹੇਗਾ। ਅੱਜ ਵੀ ਕੌਮ ਦੇ ਵਿੱਚ ਭਖਿਆ ਹੋਇਆ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਇਸ ਦੇ ਬਾਰੇ ਚਿੰਤਿਤ ਹੈਗੀਆਂ ਨੇ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਇੱਦਾਂ ਮਹਿਸੂਸ ਕਰਦੀ ਹੈ ਕਿ ਇੱਕ ਪਰਿਵਾਰ ਬਾਦਲ ਪਰਿਵਾਰ ਹੈ, ਉਸ ਪਰਿਵਾਰ ਨੇ ਜਥੇਦਾਰ ਆਪਣੀ ਜੇਬ ਚੋਂ ਕੱਢੇ ਨੇ ਔਰ ਉਹ ਜਥੇਦਾਰ ਜਿਹੜੇ ਨੇ ਤੇ ਉਹ ਪ੍ਰਧਾਨ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਉਸ ਪਰਿਵਾਰ ਦੇ ਮੁਤਾਬਕ ਰਿਪੋਰਟ ਤਿਆਰ ਕਰ ਰਹੇ ਨੇ, ਕੀਤੀ ਉਹਨਾਂ ਨੇ। ਔਰ ਸਾਰਾ ਕੁਝ ਜਿਹੜਾ ਹੈ ਇਹ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਕੀਤਾ ਗਿਆ ਹੈ। ਔਰ ਅਸੀਂ ਇਸ ਮੁਹਿੰਮ ਨੂੰ, ਇਸ ਐਜੀਟੇਸ਼ਨ ਨੂੰ, ਇਸ ਮੁੱਦੇ ਨੂੰ ਜਿਹੜਾ ਹੈ ਉਹ ਸੰਗਤਾਂ ਤੱਕ ਲੈ ਕੇ ਜਾਵਾਂਗੇ। ਇਹ ਮੁੱਦਾ ਜਿਹੜਾ ਹੈ ਅਜੇ ਖਤਮ ਨਹੀਂ ਹੋਇਆ। ਸ਼ੁਕਰੀਆ ਪ੍ਰੋਫੈਸਰ। ਸੋ ਇਹ ਸਨ ਜਗਤਾਰ ਸਿੰਘ ਹਵਾਰਾ ਕਮੇਟੀ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਵਨ ਸਵਰੂਪਾਂ ਦੇ ਗੁੰਮ ਹੋਣ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ, ਮੁਅੱਤਲ ਕੀਤਾ ਹੈ ਔਰ ਕਈਆਂ ਦੇ ਪੱਤੇ ਵੀ ਰੋਕ ਲਏ ਗਏ ਨੇ ਇਸ ਤੋਂ ਬਾਅਦ। ਸੋ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਇਹ ਜਿਹੜੀ ਜਾਂਚ ਤੋਂ ਬਾਅਦ ਦੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਉਹ ਨਾ ਕਾਫੀ ਹੈ। ਉਹ ਇਸ ਗੱਲ ਤੋਂ ਸਹਿਮਤ ਨਹੀਂ ਹਨ। ਇਹ ਪਾਵਨ ਸਵਰੂਪ ਜਿਹੜੇ ਗਾਇਬ ਹੋਏ ਸਨ ਉਹ ਕਿੱਥੇ ਨੇ, ਕਿੰਨਾ ਕੋਲ ਨੇ, ਇਹ ਬਹੁਤ ਵੱਡਾ ਸਵਾਲ ਹੈ। ਇਹ ਜਨਤਕ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੀ 1000 ਪੰਨਿਆਂ ਦੀ ਰਿਪੋਰਟ ਸੀਗੀ ਉਹਨੂੰ ਵੀ ਆਪਣੀ ਵੈਬਸਾਈਟ ਤੇ ਪਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਨਤਕ ਕਰੇ ਤਾਂ ਜੋ ਸੰਗਤ ਨੂੰ ਪਤਾ ਚੱਲ ਸਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਕਿੰਨਾ ਸੀਰੀਅਸ ਲਿਆ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।